ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਜੀ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਉਸ ਪਰਮਾਤਮਾ ਦੇ ਗੁਣਾਂ ਨੂੰ ਹਰ ਮਨੁੱਖ ਜਿਹੜਾ ਹੈ ਉਹਨੂੰ ਗਾਉਣਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦੇ ਨਾਲ ਜਨਮਾਂ ਜਨਮਾਂ ਦੀ ਵਿਕਾਰਾਂ ਦੀ ਕਰਮ ਕਾਂਡਾਂ ਦੀ ਮੈਲ ਲੱਥ ਜਾਂਦੀ ਹੈ। ਜੋ ਸਤਿਗੁਰੂ ਗੁਰਬਾਣੀ ਅੰਦਰ ਸਾਨੂੰ ਸਮਝਾਉਂਦੇ ਨੇ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ ਖਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੂਮਣ ਪਾ। ਸਤਿਗੁਰੂ ਜੀ ਕਹਿੰਦੇ ਨੇ ਜਨਮਾਂ ਜਨਮਾਂ ਦੀ, ਕਿਉਂ ਸਰੀਰ ਜਿਹੜਾ ਹੈ ਨਾ ਇਹ ਨਾਸ਼ਵਾਨ ਹੈ, ਔਰ ਸਰੀਰ ਦੇ ਅੰਦਰ ਵਸਦੀ ਹੋਈ ਜਿਹੜੀ ਆਤਮਾ ਹੈ ਉਹ ਨਾਸ਼ਵਾਨ ਨਹੀਂ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ। ਇੱਕ ਸਰੀਰ ਦਾ ਚੋਲਾ ਤਿਆਗਦੀ ਹੈ, ਕੀਤੇ ਹੋਏ ਕਰਮਾਂ ਮੁਤਾਬਕ ਦੂਸਰਾ ਚੋਲਾ ਮਿਲ ਜਾਂਦਾ ਹੈ, ਦੂਸਰਾ ਸਰੀਰ ਮਿਲ ਜਾਂਦਾ ਹੈ। ਮਾੜੇ ਕਰਮ ਕਰੇਗਾ ਮਨੁੱਖ, ਫਿਰ ਕਈ ਪ੍ਰਕਾਰ ਦੀਆਂ ਜੂਨਾਂ ਦੇ ਵਿੱਚ ਪੈਣਾ ਪੈਂਦਾ ਉਸ ਆਤਮਾ ਨੂੰ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਅੰਦਰ ਸਾਨੂੰ ਸਮਝਾਉਂਦੇ ਨੇ, ਬੜੀਆਂ ਜੂਨਾਂ ਨਿਖਿਧ ਜੂਨਾਂ ਭੁਗਤਣ ਤੋਂ ਬਾਅਦ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਰੱਬ ਨੇ ਤਰਸ ਕਰਕੇ ਤੈਨੂੰ ਮਨੁੱਖਾ ਜਨਮ ਬਖਸ਼ਿਆ। ਸਤਿਗੁਰੂ ਜੀ ਸਮਝਾਉਂਦੇ ਨੇ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹਦੇ ਸੰਜਰੀਆ। ਭੈੜੇ ਕਰਮ ਕਰਨ ਦੇ ਨਾਲ ਭੈੜੀਆਂ ਜੂਨਾਂ ਦੀ ਪ੍ਰਾਪਤੀ ਹੁੰਦੀ ਹੈ। ਕਈ ਜਨਮ ਭੈ ਕੀਟ ਪਤੰਗਾ, ਕੀੜੇ ਪਤੰਗੇ ਕਈ ਜਨਮਾਂ ਦੇ ਵਿੱਚ ਬਣਨਾ ਪਿਆ। ਕਈ ਜਨਮ ਗਾਜ ਮੀਨ ਕੁਰੰਗਾ, ਗਾਜ ਕਹਿੰਦੇ ਨੇ ਹਾਥੀ ਨੂੰ, ਮੀਨ ਮੱਛੀ, ਕੁਰੰਗਾ ਹਿਰਨ, ਇਹੋ ਜਿਹੀਆਂ ਜੂਨਾਂ ਦੇ ਵਿੱਚ ਪੈਣਾ ਪਿਆ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮਾਂ ਦੇ ਵਿੱਚ ਪੰਛੀ ਬਣਨਾ ਪਿਆ, ਸਰਪ ਸੱਪ ਬਣਨਾ ਪਿਆ। ਸਤਿਗੁਰੂ ਜੀ ਕਹਿੰਦੇ ਇਹੋ ਜਿਹੀਆਂ ਜੂਨਾਂ ਭੈੜੀਆਂ ਭੋਗਣੀਆਂ ਪਈਆਂ। ਤੇ ਸਤਿਗੁਰੂ ਜੀ ਕਹਿੰਦੇ ਨੇ ਵੇਖੋ ਭਾਈ, ਇਹਨਾਂ ਜੂਨਾਂ ਚੋਂ ਲੰਘ ਕੇ ਆਏ ਜੇ, ਵੇਖਿਆ ਜੇ ਕਿਤੇ ਦੁਬਾਰਾ ਨਾ ਇਹਨਾਂ ਜੂਨਾਂ 'ਚ ਜਾਣਾ ਪੈ ਜੇ। ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਕਈ ਜਨਮਾਂ ਦੇ ਵਿੱਚ ਹੈਵਰ ਬਣਨਾ ਪਿਆ। ਹੈਵਰ ਦਾ ਅਰਥ ਹੁੰਦਾ ਘੋੜੇ, ਬਿਰਖ ਦਰਖਤ, ਜੋਇਓ ਬਲਦ। ਇਹੋ ਜਿਹੀਆਂ ਜੂਨਾਂ 'ਚੋਂ ਲੰਘਣਾ ਪਿਆ ਹੈ। ਸਤਿਗੁਰੂ ਜੀ ਕਹਿੰਦੇ ਨੇ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹਦੇ ਸੰਜਰੀਆ। ਮਿਲ ਲਾ ਹੁਣ ਉਸ ਪਰਮਾਤਮਾ ਨੂੰ, ਤੈਨੂੰ ਮਿਲਣ ਦਾ ਸੋਹਣਾ ਅਵਸਰ ਪ੍ਰਾਪਤ ਹੋਇਆ। ਮਨੁੱਖਾ ਜਨਮ ਮਿਲਿਆ, ਇਹਦੇ ਅੰਦਰ ਹੀ ਤੂੰ ਉਸ ਵਾਹਿਗੁਰੂ ਨੂੰ, ਉਸ ਮਾਲਕ ਨੂੰ ਤੂੰ ਮਿਲ ਸਕਦਾ। ਚਿਰੰਕਾਲ ਇਹ ਦੇਹ ਸੰਜਰੀਆ, ਚਿਰਾਂ ਤੋਂ ਬਾਅਦ ਇਹ ਮਨੁੱਖਾ ਦੇਹ ਹੀ ਪ੍ਰਾਪਤ ਹੋਈ ਹੈ। ਸਤਿਗੁਰੂ ਜੀ ਕਹਿੰਦੇ, 184 ਭਰਮ ਤੇ ਦੁਲਭ ਜਨਮ ਅਬ ਪਾਇਓ, ਰੇ ਮੂੜੇ ਤੂੰ ਹੋਛੇ ਰਸ ਲਪਟਾਇਓ। ਹੋਛਿਆਂ ਰਸਾਂ ਕਸਾਂ ਦੇ ਵਿੱਚ ਪੈ ਕੇ ਤੂੰ ਪ੍ਰਮਾਤਮਾ ਨੂੰ ਭੁੱਲਿਆ ਹੋਇਆ। ਉਹਦੇ ਗੁਣਾਂ ਨੂੰ ਗਾ। ਗੁਣਾਂ ਨੂੰ ਕਿਵੇਂ ਗਾਉਣਾ ਹੈ? ਗੁਣਾਂ ਨੂੰ, ਉਹ ਪਰਮਾਤਮਾ ਦੇ ਗੁਣ ਤਾਂ ਅਗੰਮ ਅਗਾਧ ਬੋਧ ਨੇ, ਬੇਅੰਤ ਨੇ, ਉਹਨਾਂ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ।
पर जिवें जिवें इस मालक के गुणां नूं आपां गावांगे उवें उवें उहदे नाल साडी सांझ बनेगी, प्रेम बनेगा। और यही प्रेमा भगती हुंदी है। जदों प्रेम दे विच भेज के आपां मालक की बंदगी करांगे, इउं कहांगे सच्चे पातशाह वड्डे मेरे साहिबा, गैर गंभीरा गुणी गहीरा, कोई ना जाने तेरा केता केवड़ चीरा। ऐ मेरे वाहिगुरु जी तू बड़ा वड्डा है, अगम अगाध बोध है, गैर गंभीर है। गैर गंभीर तो भाव हुंदा जिन्हों समझिया ना जा सके, पूर्ण तौर पर समझिया ना जा सके, उन्होंने गहर डूंघाई वाला, गंभीर बेसमझ उहदे तो उन्होंने पूर्ण तौर पर जानिया नहीं जा सकता। गुणी गहीरा तू गुणा का खजाना है, कोई ना जाने तेरा केता केवड़ चीरा। मेरे मालका कोई की जान सकता कि तेरा बनाया होया ये सारा संसार, ये सारी कायनात एक किड्डी को वड्डी है, की कोई जान सकता। जदों इउं परमात्मा के प्यार दे विच भेज के परमात्मा के गुणां नूं गावेंगा ना, ते तेरी जिंदगी दे विच एक अलग सरूर बन जाएगा, एक नाम का नशा बन जाएगा तेरी जिंदगी दे अंदर। और वो नशा की होएगा, जे सवेरे गुरबाणी पढ़ी है, शाम नूं पढ़ी है, रोजाना दी नितनेम बन गया। नितनेम जदों बन गया तो फिर शाम होंदी जाएगी, उस वेले सारे काम जिहड़े ने छड्ड के मनुख गुरबाणी दे नाल जुड़दा है। प्यार है ना गुरबाणी नाल। अमृत वेला हुंदा है, फिर अमृत वेले जाग के मनुख गुरबाणी पढ़दा है, गुरु घर च आके गुरबाणी सुनदा है। रोजाना जिहड़ा गुरु चरनां च हाज़री भरदा, समझो उहनूं गुरबाणी का नशा लग गया। हुण नशे वाला मनुख की करता है आपां नूं चंगी तरह पता है, क्योंकि मैं एक विचार तां ये आरंभ कीती है। अज दा शब्द जिहड़ा है सतगुरां ने नशे की प्रथाए उचारण किया है भी नशा आपां किहड़ा करना है, किहदा त्याग करना है। और जिस मनुख ने दुनियावी नशा करते ने, आपां वेखदे हां दुनिया के अंदर कि वो नशा करके अपनी सुध बुध भुल जाती है, अपने आले दुआले का, अपने चंगे माड़े का, नफे नुकसान का जिहड़ा है वो चेता ही भुल जाता है कि साडा नफा होएगा, नुकसान की है साडा। इसे करके आपां वेखदे हां ना दुनिया के अंदर लोग नशे करके किन्ने झगड़े करते हैं, कलेश करते हैं, कई बार इत्थों तक हो जाता है। नशे दे विच गलत होया, गलतान होया मनुख दूजे मनुख का नुकसान करता है, इत्थों तक कि दूजे मनुख की जान तक लै लैंदा है, ते कई बार अपनी जान भी गवा लैंदा है। इस तरह दुनिया के अंदर वेखण नूं मिलदा है। अर नशेड़ी जिहड़ा मनुख है ना, जिवें आपां विचार कर रहे सी कि जिवें नाम का नशा लग गया, उनके भावें काम सारे दे सारे पैरन, वो शाम नूं गुरबाणी पढ़ेगा ही पढ़ेगा। जिन्ना मर्जी थकिया टुटिया होवे, गुरबाणी पढ़िया तो बिना नहीं रह सकता। अमृत वेला होएगा वो फिर भी गुरबाणी पढ़ेगा, नाम जपेगा, क्योंकि उन्होंने ये लगन लग गई। इस तरह नशेड़ी बंदे नूं हुंदा है, रात वेले नशा करके सुता नहीं करता, नींद को नहीं आउंदी, नशा करके सुता दिन चढ़िया फिर उहदा ध्यान जाएगा नशे वल्ले भी। हुण फिर नशा मिले फिर गल बनदी है, घरां दे घर बर्बाद हो जांदे ने उस नशे दे नाल। पर जिहड़ा नाम का नशा है, इहदे नाल की हुंदा है, जिनी नाम ध्याया गए मशक्कत घाल, नानक ते मुख उजले कहती छुट्टी नाल। इस नशे नाल की हुंदा है, नाम दे नशे नाल अपना भी आप भी मनुख तार लैंदा है, अपना परिवार भी तार लैंदा है भवजल सागर तो,
ਜਿਹੜੇ ਜਿਹੜੇ ਉਹਦਾ ਨਾਮ ਜਪਣ ਵਾਲੇ ਦਾ ਸੰਗ ਕਰਦੇ ਨੇ ਉਹਦਾ ਹੀ ਬੇੜਾ ਪਾਰ ਹੋ ਜਾਂਦਾ। ਇਹ ਚੀਜ਼ ਨਾਮ ਦੇ ਨਸ਼ੇ 'ਤੇ। ਔਰ ਦੂਸਰਾ ਪੱਖ ਲਈਏ ਤੇ ਜਿਹੜੇ ਮਨੁੱਖ ਨਾਮ ਜਪਣ ਵਾਲਾ ਹੈ ਨਾ, ਉਹ ਦੂਜਿਆਂ ਨੂੰ ਵੀ ਕਹੇਗਾ ਵੀ ਬਈ ਨਾਮ ਜਪਿਆ ਕਰੋ, ਗੁਰਬਾਣੀ ਪੜ੍ਹਿਆ ਕਰੋ, ਬੜਾ ਆਨੰਦ ਆਉਂਦਾ ਜੇ ਗੁਰਬਾਣੀ ਪੜ੍ਹਨ ਦੇ ਵਿੱਚ, ਗੁਰਬਾਣੀ ਗਾਇਆ ਕਰੋ, ਬੜਾ ਆਨੰਦ ਮਿਲਦਾ ਹੈ, ਬੜੇ ਸੁੱਖ ਮਿਲਦੇ ਨੇ ਗੁਰਬਾਣੀ ਦੇ ਵਿੱਚੋਂ। ਇਸੇ ਤਰੀਕੇ ਨਾਲ ਜਿਹੜਾ ਮਨੁੱਖ ਦੁਨਿਆਵੀ ਨਸ਼ਾ ਕਰਦਾ ਉਹ ਕੀ ਕਹੇਗਾ? ਉਹ ਵੀ ਕਹਿੰਦਾ ਬਈ ਸਾਰੇ ਦੁੱਖ ਹੀ ਭੁੱਲ ਜਾਂਦੇ ਨੇ ਜਦੋਂ 2-4 ਪੈਗ ਲਾ ਲਈਦੇ ਨੇ, ਨਸ਼ਾ ਸਾਰਾ ਹੀ ਖਤਮ ਹੋ, ਸਾਰੇ ਦੁਨੀਆ ਦੇ ਦੁੱਖ ਹੀ ਖਤਮ ਹੋ ਜਾਂਦੇ ਨੇ। ਕਿਉਂ ਹੀ ਕਹਿੰਦਾ ਨਾ। ਸਤਿਗੁਰੂ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇਹਨਾਂ ਭੈੜਿਆਂ ਨਸ਼ਿਆਂ ਤੋਂ ਰੋਕ ਰਹੇ ਨੇ। ਸੋ ਆਓ ਲੜੀਵਾਰ ਤਹਿਤ ਸ਼ਬਦ ਦੀ ਵਿਚਾਰ ਆਈ ਹੈ ਤੇ ਆਪਾਂ ਇਹਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਨ। ਗੁਰਬਾਣੀ ਬੜੀ ਅਨਮੁੱਲੀ ਹੈ, ਇਹਦੀ ਵਿਚਾਰ ਆਪਣਾ ਤੁੱਛ ਜਿਹਾ ਦਿਮਾਗ ਕਰ ਨਹੀਂ ਸਕਦਾ, ਪਰ ਗੁਰੂ ਦੀ ਕਿਰਪਾ ਨਾਲ ਜਿੰਨਾ ਕੁ ਦਿਮਾਗ ਹੈ, ਜਿੰਨਾ ਕੁ ਗਿਆਨ ਸਤਿਗੁਰਾਂ ਨੇ ਬਖਸ਼ਿਆ ਹੈ, ਆਓ ਸ਼ਬਦ ਦੀ ਵਿਚਾਰ ਕਰਨ ਦਾ ਆਪਾਂ ਯਤਨ ਕਰੀਏ ਜੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਇ, ਬਰਲ ਪਵੈ ਵਿੱਚ ਆਏ। ਆਪਣਾ ਭਰਾਇਆ ਨਾ ਪਛਾਣੈ, ਖਸਮੋ ਧੱਕੇ ਖਾਇ। ਜਿਤ ਪੀਤੈ ਖਸਮ ਵਿਸਰੈ, ਦਰਗਾਹ ਮਿਲੈ ਸਜਾਇ। ਝੂਠਾ ਮਦ ਮੂਲ ਨ ਪੀਚਈ, ਜੇ ਕਾ ਪਾਰ ਵਸਾਇ। ਨਾਨਕ ਨਦਰੀ ਸੱਚ ਮਦ ਪਾਈਐ, ਸਤਿਗੁਰ ਮਿਲੈ ਜਿਸ ਆਇ। ਸਦਾ ਸਹਿਬ ਕੈ ਰੰਗ ਰਹੈ, ਮੈਲੀ ਭਾਵੈ ਥਾਉ। ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਜੀ ਸਮਝਾਉਂਦੇ ਨੇ, ਬੁਰੇ ਕੰਮਾਂ ਤੋਂ ਰੋਕਦੇ ਨੇ। ਮਾਨਸ ਭਰਿਆ ਆਣਿਆ, ਮਾਨਸ ਦਾ ਅਰਥ ਹੈ ਮਨੁੱਖ। ਪਿਛਲੇ ਜਨਮਾਂ ਦੇ ਵਿੱਚ ਮਾੜੇ ਕਰਮ ਕਰਕੇ ਉਹ ਕਾਲੇ ਲੇਖ ਲਿਖਦਾ ਹੋਇਆ ਇੱਥੇ ਮਨੁੱਖਾ ਜਨਮ ਮਿਲ ਗਿਆ। ਕੋਈ ਚੰਗਾ ਵੀ ਕਰਮ ਕੀਤਾ ਸੀ, ਮਨੁੱਖਾ ਜਨਮ ਮਿਲ ਗਿਆ। ਭਰਿਆ ਹੋਇਆ ਕਾਲਖ ਦਾ ਆਇਆ ਤੇ ਸਤਿਗੁਰੂ ਜੀ ਕਹਿੰਦੇ ਮਾਨਸ ਭਰਿਆ ਆਏ। ਇੱਥੇ ਦੁਨੀਆ ਦੇ ਅੰਦਰ ਆ ਕੇ ਵੀ ਉਹ ਭੈੜੇ ਕੰਮਾਂ ਦੇ ਨਾਲ ਭਰਿਆ ਗਿਆ, ਬੁਰੇ ਕੰਮਾਂ 'ਚ ਲੱਗ ਗਿਆ, ਨਸ਼ਿਆਂ 'ਚ ਲੱਗ ਗਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਜਿਸ ਨੂੰ ਪੀਣ ਦੇ ਨਾਲ ਚੰਗੀ ਮਤ ਖਤਮ ਹੋ ਜਾਂਦੀ ਹੈ। ਬਰਲ, ਬਰਲ ਦਾ ਅਰਥ ਕੀ ਹੁੰਦਾ ਹੈ? ਭੈੜਾ ਬੋਲਣਾ, ਮਾੜਾ ਬੋਲਣਾ। ਬਰਲ ਪਵੇ ਵਿੱਚ ਆਏ, ਮਨ ਦੇ ਵਿੱਚ ਬਰਲ ਪੈ ਜਾਂਦਾ ਹੈ, ਮਾੜਾ ਬੋਲਦਾ ਹੈ। ਨਸ਼ਾ ਕਰੇ ਵਾਲਾ ਮਨੁੱਖ ਆਪਾਂ ਵੇਖੀਏ, ਉਹਨੂੰ ਮਾਤਾ ਪਿਤਾ ਦੀ ਸਮਝ ਨਹੀਂ ਰਹਿ ਜਾਂਦੀ, ਭੈਣਾਂ ਭਰਾਵਾਂ ਦੀ ਸਮਝ ਨਹੀਂ ਰਹਿ ਜਾਂਦੀ। ਨਸ਼ੇ ਕੀਤੇ ਹੋਏ ਮਨੁੱਖ ਨੂੰ ਸੁਰਤ ਕੋ ਨਹੀਂ ਰਹਿ ਜਾਂਦੀ। ਸਤਿਗੁਰੂ ਜੀ ਕਹਿੰਦੇ ਨੇ ਉਹ ਮਾੜਾ ਬੋਲਦਾ ਹੈ, ਬਰਲ ਪਵੇ ਵਿੱਚ ਆਏ, ਝਗੜਾ ਕਰਦਾ। ਤੇ ਸਤਿਗੁਰੂ ਜੀ ਕਹਿੰਦੇ ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ ਖਾਇ। ਆਪਣੇ ਦਾ ਨਹੀਂ ਪਤਾ ਰਹਿ ਜਾਂਦਾ, ਪਰਾਏ ਦਾ ਨਹੀਂ ਪਤਾ ਰਹਿ ਜਾਂਦਾ। ਨਾ ਪਛਾਣਈ, ਉਹਨੂੰ ਪਛਾਣ ਨਹੀਂ ਰਹਿ ਜਾਂਦੀ ਕਿਸੇ ਦੀ, ਸੁੱਧ ਬੁੱਧ ਖਤਮ ਹੋ ਜਾਂਦੀ ਹੈ ਨਾ। ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹਦਾ ਰਿਜ਼ਲਟ ਕੀ ਨਿਕਲੇਗਾ? ਆਮ ਦੁਨੀਆ ਦੇ ਅੰਦਰ ਆਪਾਂ ਸੁਣਦੇ ਹਾਂ, ਜਿਹੜਾ ਨਸ਼ਾ ਕਰਨ ਵਾਲਾ ਮਨੁੱਖ ਹੈ ਨਾ,
ਆਮ ਹੀ ਉਹਦੇ ਪਰਿਵਾਰ ਦੇ ਮੈਂਬਰ ਹੋਣਗੇ ਜਾਂ ਉਹਦੇ ਨਾਲ ਕੋਈ ਦੋਸਤ ਮਿੱਤਰ ਹੋਏਗਾ, ਉਹ ਪਰਦਾ ਪਾਉਣ ਦਾ ਯਤਨ ਕਰਦਾ। ਪਰਦਾ ਕਿਵੇਂ ਪਾਉਂਦਾ? ਭਾਈ ਇਹਦਾ ਕੋਟਾ ਲਿਖਿਆ ਹੋਇਆ ਹੈ, ਇਸ ਕਰਕੇ ਪੀਂਦਾ। ਜਦੋਂ ਕੋਟਾ ਮੁੱਕ ਜਾਏਗਾ ਉਦੋਂ ਇਹ ਛੱਡ ਦੇਵੇਗਾ। ਇਉਂ ਆਪਾਂ ਸੁਣਦੇ ਹਾਂ ਨਾ। ਪਰ ਇਹ ਕੋਈ ਪਤਾ ਹੈ ਕਿ ਨਸ਼ੇ ਦੇ ਵਿੱਚ ਧੁੱਤ ਹੋਇਆ ਉਹਦਾ ਵੀ ਜ਼ਿੰਦਗੀ ਦਾ ਹੀ ਕੋਟਾ ਮੁਕਾ ਪਵੇ ਤੇ ਹੋਰਾਂ ਦਾ ਵੀ ਨਾਲ ਨੁਕਸਾਨ ਕਰ ਦੇਵੇ। ਭਾਵ ਕਿ ਆਪਣੇ ਪੱਲਾ ਝਾੜਨ ਵਾਸਤੇ ਸਾਰਾ ਦੋਸ਼ ਰੱਬ ਨੂੰ ਦੇ ਦਿੱਤਾ ਵੀ ਰੱਬ ਨੇ ਸਾਡੇ ਕਰਮਾਂ 'ਚ ਲਿਖੀ ਹੋਈ ਹੈ, ਅਸੀਂ ਤਾਂ ਪੀਂਦੇ ਹਾਂ, ਤਾਂ ਨਸ਼ਾ ਕਰਨੇ ਆ। ਰੱਬ ਨਹੀਂ ਕਹਿੰਦਾ ਕਿ ਤੁਸੀਂ ਨਸ਼ੇ ਕਰੋ, ਬੁਰੇ ਕੰਮ ਕਰੋ। ਪਰਮਾਤਮਾ ਨਹੀਂ ਕਹਿੰਦਾ, ਉਹਨੇ ਚੰਗੇ ਕਰਮ ਕਰਨ ਵਾਸਤੇ ਸਾਨੂੰ ਸੰਸਾਰ ਦੇ ਅੰਦਰ ਭੇਜਿਆ ਹੈ। ਵੇਖੋ ਸੜਕਾਂ ਦੇ ਉੱਤੇ ਥਾਂ ਥਾਂ ਤੇ ਲਿਖਿਆ ਹੁੰਦਾ ਹੈ ਕਿ ਨਸ਼ਾ ਕਰਕੇ ਡਰਾਈਵਿੰਗ ਨਾ ਕਰੋ, ਕੋਈ ਵੀ ਨਸ਼ਾ ਕਰਕੇ ਗੱਡੀ ਨਾ ਚਲਾਓ। ਪਤਾ ਹੈ ਵੀ ਆਪਣਾ ਵੀ ਨੁਕਸਾਨ ਹੋਏਗਾ ਤੇ ਕਿਸੇ ਹੋਰ ਦਾ ਵੀ ਨੁਕਸਾਨ ਕਰੇਗਾ। ਫਿਰ ਵੀ ਮਨੁੱਖ ਨਸ਼ਾ ਕਰਦਾ ਹੈ ਔਰ ਨਸ਼ਾ ਕਰਕੇ ਆਪਣਾ ਵੀ ਨੁਕਸਾਨ ਕਰਦਾ ਹੈ, ਦੂਜਿਆਂ ਦਾ ਵੀ ਨੁਕਸਾਨ ਕਰਦਾ ਹੈ। ਤੇ ਜੇ ਕਿਸੇ ਨੂੰ ਕਹਿ ਦਿਓ, ਕਹਿੰਦੇ ਲੈ ਇਹਦੇ ਵਿੱਚ ਕੀ ਹੈਗਾ ਹੈ, ਸ਼ਰਾਬ ਦੇ ਵਿੱਚ ਕੀ ਹੈ, ਕਿਕਰਮ ਦੀ ਸੱਕ ਹੈ, ਗੁੜ ਹੈ, ਪਾਣੀ ਹੈ, ਰੋਜ਼ਾਨਾ ਆਪਾਂ ਪੀਂਦੇ ਹੀ ਆ। ਵੇਖੋ ਕੈਸੀ ਇਹ ਸੰਸਾਰ ਦੀ ਦਿਸ਼ਾ ਹੈ। ਮਾੜੇ ਕਰਮ ਕਰਨ ਵਾਲਾ ਮਨੁੱਖ ਉਸ ਚੀਜ਼ ਨੂੰ, ਮਾੜੇ ਕਰਮ ਨੂੰ ਵੀ ਵਡਿਆਉਣ ਲੱਗ ਪੈਂਦਾ, ਮਾੜੇ ਕਰਮ ਨੂੰ ਵੀ ਵਡਿਆਉਣ ਲੱਗ ਪੈਂਦਾ। ਇਸੇ ਤਰ੍ਹਾਂ ਜੇ ਮੰਨ ਲਓ ਪਾਣੀ ਵੀ ਆਪਾਂ ਪੀਂਦੇ ਹਾਂ, ਗੁੜ ਵੀ ਖਾਂਦੇ ਹਾਂ, ਚਾਹ ਬਣਾ ਲੈਂਦੇ ਹਾਂ, ਮਿੱਠਾ ਖਾਂਦੇ ਹਾਂ, ਔਰ ਦਾਤਨ ਵੀ ਕਰਦੇ ਸੀ ਲੋਕ। ਚਲੋ ਅੱਜ ਦੇ ਜ਼ਮਾਨੇ ਅੰਦਰ ਤਾਂ ਦਾਤਨ ਦਾ ਸਿਸਟਮ ਹੀ ਖਤਮ ਹੋ ਗਿਆ, ਪਰ ਉਹ ਅਲੱਗ-ਅਲੱਗ ਚੀਜ਼ਾਂ ਹੋਣ ਕਰਕੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ, ਉਹ ਲਾਭਦਾਇਕ ਹੁੰਦੀਆਂ ਨੇ। ਪਰ ਜਦੋਂ ਉਹ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਉਹਨਾਂ ਦਾ ਫਿਰ ਉਹਦਾ ਨੁਕਸਾਨ ਹੁੰਦਾ। ਇਸੇ ਤਰ੍ਹਾਂ ਜਿਵੇਂ ਇੱਕ ਕੱਚੀ ਮਿੱਟੀ ਹੈ, ਕੱਚੀ ਮਿੱਟੀ ਆਪਾਂ ਕਿਸੇ ਮਨੁੱਖ ਨੂੰ ਮਾਰਾਂਗੇ, ਬਰੀਕ ਹੋਈ ਮਿੱਟੀ ਮਾਰਾਂਗੇ, ਉਹਨੂੰ ਕੋਈ ਨੁਕਸਾਨ ਨਹੀਂ ਹੋਣਾ ਉਹਦਾ। ਅਗਰ ਉਹੀ ਮਿੱਟੀ ਆਪਾਂ ਚੰਗੀ ਤਰ੍ਹਾਂ ਗੋ ਕੇ ਤੇ ਅੱਗ ਦੇ ਵਿੱਚ ਜਦੋਂ ਪਕਾਈ ਜਾਵੇਗੀ, ਪੱਕ ਜਾਂਦੀ ਹੈ, ਉਹੀ ਜਦੋਂ ਕਿਸੇ ਨੂੰ ਮਾਰਾਂਗੇ ਕੀ ਹੋਏਗਾ? ਸਿਰ ਪਾੜ ਜਾਏਗਾ, ਉਹਦਾ ਨੁਕਸਾਨ ਹੋ ਜਾਏਗਾ। ਇਹੀ ਕਾਰਨ ਹੁੰਦਾ ਹੈ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਨੇ। ਹੁਣ ਇੱਕ ਸੰਖਿਆ ਨਾਮ ਦੀ ਜ਼ਹਿਰ ਹੈ, ਉਹਨੂੰ ਉਹ ਜ਼ਹਿਰ ਹੈ, ਬਿਲਕੁਲ ਮਨੁੱਖ ਖਾਏਗਾ ਉਹਦੀ ਮੌਤ ਹੋ ਸਕਦੀ ਹੈ। ਪਰ ਜੇ ਉਹਨੂੰ ਕੁਸ਼ਤੇ ਦੇ ਰੂਪ ਵਿੱਚ ਮਾਰਿਆ ਜਾਵੇ, ਜਿਹੜੇ ਵੈਦ ਹਕੀਮ ਨੇ ਕਈ ਬਿਮਾਰੀਆਂ ਦਾ ਫਿਰ ਉਹਦੇ ਤੋਂ ਇਲਾਜ ਕਰਾਉਂਦੇ ਨੇ, ਇਲਾਜ ਕਰਦੇ ਨੇ ਉਹਦੇ ਨਾਲ। ਭਾਵ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਕੋਈ ਵੀ ਵਸਤੂ ਜਦੋਂ ਆਪਸ ਵਿੱਚ ਮਿਸ਼ਰਣ ਬਣਦੀ ਹੈ, ਉਹਦਾ ਜਾਂ ਨੁਕਸਾਨ ਹੁੰਦਾ ਹੈ ਜਾਂ ਉਹਦਾ ਫਾਇਦਾ ਵੀ ਹੋ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਇਹੋ ਜਿਹਾ ਨਸ਼ਾ ਬਿਲਕੁਲ ਨਾ ਕਰੋ ਜਿਹਦੇ ਨਾਲ ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਪ੍ਰਮਾਤਮਾ ਦੇ ਦਰ ਤੇ ਜਾ ਕੇ ਧੱਕੇ ਪੈਂਦੇ ਨੇ ਇਹੋ ਜਿਹੇ ਨਸ਼ੇ ਕਰਨ ਦੇ ਨਾਲ। ਵੇਖਦੇ ਹੀ ਆਪਾਂ ਦੁਨੀਆ ਦੇ ਅੰਦਰ ਨਸ਼ੇ ਕਰ ਕਰਕੇ ਘਰਾਂ ਦੇ ਘਰ ਉੱਜੜ ਗਏ, ਬਰਬਾਦ ਹੋ ਗਏ ਲੋਕ, ਧਨ ਦੌਲਤ ਵੱਲੋਂ ਵੀ, ਪਰਿਵਾਰ ਦੇ ਵੱਲੋਂ ਵੀ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਜਿਤ ਪੀਤੈ ਖਸਮ ਵਿਸਰੈ ਦਰਗਾਹ ਮਿਲੈ ਸਜਾਏ। ਸਤਿਗੁਰੂ ਜੀ ਕਹਿੰਦੇ ਇਕੱਲਾ ਇੱਥੇ ਹੀ ਨੁਕਸਾਨ ਨਹੀਂ, ਨਸ਼ਾ ਕਰਨ ਦੇ ਨਾਲ, ਨਸ਼ਾ ਪੀਣ ਦੇ ਨਾਲ ਖਸਮ ਵਿਸਰੈ। ਮਾਲਕ ਦੀ ਭਗਤੀ ਥੋੜ੍ਹਾ ਕੋਈ ਮਨੁੱਖ ਕਰ ਸਕਦਾ ਹੈ। ਨਸ਼ਾ ਕਰਿਆ ਹੋਵੇ ਤਾਂ ਉਹ ਵਾਹਿਗੁਰੂ ਵਾਹਿਗੁਰੂ ਥੋੜ੍ਹਾ ਕਰੇਗਾ, ਉਹ ਤਾਂ ਗਾਲਾਂ ਹੀ ਕੱਢੇਗਾ, ਗਾਲੀ ਗਲੋਚ ਹੀ ਕਰੇਗਾ, ਮਾੜਾ ਹੀ ਬੋਲੇਗਾ, ਚੰਗਾ ਤਾਂ ਬੋਲ ਨਹੀਂ ਸਕਦਾ, ਕਿਉਂਕਿ ਉਹਨੂੰ ਆਪਣੇ ਆਪ ਦੀ ਸੁਰਤ ਕੋਈ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਤ ਪੀਤੈ ਖਸਮ ਵਿਸਰੈ। ਖਸਮ ਮਾਲਕ ਪ੍ਰਮਾਤਮਾ ਵਾਹਿਗੁਰੂ ਨੂੰ ਕਿੱਥੇ ਚੇਤੇ ਆਏਗਾ? ਨਹੀਂ ਚੇਤੇ ਆਏਗਾ। ਤੇ ਸਤਿਗੁਰੂ ਜੀ ਕਹਿੰਦੇ ਫਿਰ ਜੀਵਨ ਦਾ ਰਿਜ਼ਲਟ ਕੀ ਮਿਲਿਆ? ਦੁਨੀਆ ਦੇ ਵਿੱਚੋਂ ਵੀ ਉਹਨੇ ਬਦਨਾਮੀ ਖੱਟੀ ਤੇ ਪ੍ਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਦਰਗਾਹ ਮਿਲੈ
सजाए। परमात्मा की दरगाह विच भी सज़ा मिलती है। तो इउं ना कहा करिए भी नहीं भाई इहदा कोटा है, जदों कोटा मुक जाएगा आपे छड़ जाएगा। इउं नहीं हुंदा। रब नहीं किसी का कोटा लिखदा। सतगुरु जी की गुरबाणी सानूं समझाउंदी है, फरीदा जे तू अकल लतीफ, जे तू अकल का मालक है ना, काले लेख ना लेख, काले लेख जिहड़े ने अपने तू ना लिख, आप ही तू लिखदा है। चंगे कर्म करेगा चंगा लेख लिखा जाएगा, माड़े कर्म करेगा काला लेख लिखा जाएगा। आप नड़ै गिरीवान में सिर नीवा कर दे। सतगुरु जी कहते अपनी बुक्कड़ च झाती मार, अपने मन दे विच झाती मार, दूजियां दे नुक्स कढण वालिया पहलों अपना मन जिहड़ा है उहनूं सोधा ला। इउं सतगुरु जी कहते ने काले लेख तू आप लिख रहे हैं, इस करके माड़े कर्म करांगे माड़े लेख लिखे जाणगे। इस करके सतगुरु जी गुरु अमरदास पातशाह जी सानूं समझाउंदे ने। उन्हां दे जीवन की ना एक निक्की जी साखी है, आप जी नाल मैं साझी करा। गोइंदवाल साहब की पावन पवित्र धरती ते ना सतगुरु जी गुरु अमरदास सच्ची सरकार रहमतां बरसाउंदे पए ने। रोजाना ही सिख संगतां गुरु चरणों दे विच आउंदियां ने, सेवा करके सिमरन करके सतगुरां दे कोलों नाम दीयां दातां प्राप्त करके खुशियां प्राप्त करके घरां नूं जांदियां, नाम दा लाहा प्राप्त करदियां। एक दिन सतगुरां दे चरणों दे विच सिख संगतां ने बेनती कीती, सच्चे पातशाह अज जिस पासे वालों सिख संगतां लंघ के आउंदियां ने ना, महाराज एक मनुख है नशे दे विच धुत होया कोठे दे उत्ते चढ़िया हुंदा है, ते जदों असीं लंघ के आउणे आ बहुत माड़ा बोलदा है, बड़ा गाली गलोच करदा है। कोई जो भी संगत गुरु की लंघदी है बड़ा माड़ा बोलदा है। सतगुरु जी फरमान लगे भाई गुरु नानक उन्होंने समत बख्शेगा, समत बख्शेगा उन्होंने गुरु नानक। इउं करदियां करदियां कोई दिन बतीत हो गए। सिख संगतां रोजाना आके सतगुरु जी बेनती है तुहाडे चरनां च, आप जी दियां सिख संगतां नूं बड़ा माड़ा बोलदा है, गाली गलोच करदा है, क्योंकि नशा करन वाले सुरत सुध बुद्ध तो हुंदी नहीं, इस करके माड़ा बोलदा है। सतगुरां ने फिर उही जवाब देना, धन गुरु नानक देव महाराज किरपा करनगे उन्होंने समत बख्शणगे। फिर एक दिन ऐसा होया घर वालियां नूं परिवार नूं भी पता सी भी सत संगत नूं माड़ा बोलदा है, रोकदियां भी वो रुकदा थोड़ी है इहो जिहा बंदा, सगों घरदियां दे गल पैंदा होना। परिवार ने जाके बेनती की, कहण लगे सच्चे पातशाह जिहड़ा साडे घर दा परिवारक मैंबर संगतां नूं गालां कढदा सी महाराज उहनूं बीमारी बड़ी भैड़ी लग गई है। सतगुरु जी कहंदे की होया भाई? कहण लगे उहनूं मिर्गी पैंदी है और डिग पैंदा है, महाराज किरपा करो सतगुरु बख्श लवो, तुसीं तां भुल्लियां नूं भटकियां नूं सीधे रस्ते पा दिंदे हो, ते गरीब नवाज इहनूं भी बख्श लवो, पापियां नूं भी तुसीं तारनहार हो। सतगुरु जी कहंदे भाई उहनूं लैके आओ साडे कोल। जदों लैके आए ना, गरीब नवाज कहन लगे ऐ पुरखा तेरी बीमारी जिहड़ी है वो खत्म हो जाएगी, पर अज तो बाद गुरु नानक दियां संगतां नूं तूं माड़ा नहीं बोलना। हुण मरदा की नहीं करदा, कहन लगा हाँ सच्चे पातशाह मेरी बीमारी दूर हो जावे, मैं किसी नूं भी माड़ा नहीं बोलांगा, मैं नशा नहीं करांगा, शराब नहीं पीवांगा। सतगुरु जी कहते चलो ठीक है भाई, नशा नहीं करेगा, सिख संगतां नूं माड़ा नहीं बोलेगा, गुरु नानक दियां संगतां ने माड़ा नहीं बोलेगा ना, ये बीमारी जिहड़ी है तां सारे जीवन दौरान तैनूं ये बीमारी कदे भी तेरे नेड़े नहीं आएगी। अगर जे तू दोबारा नशा करके सिख संगतां नूं माड़ा बोलिया ना, फिर दोबारा यही बीमारी तैनूं लग जानी हो,
क्योंकि गुरु नूं संगत प्यारी है। सतगुरु माड़े वचन नहीं बोलते, पर गुरु नूं संगत प्यारी है। इस करके सतगुरां ने उस अयाशी मनुख नूं सतगुरां ने अलर्ट कर दिता, उन्होंने उपदेश दे दिता। कई महीने लंघ गए, ना उन्हें नशा किया, ना उन्हें गाली गलोच किया। और एक दिन ऐसा आया, जिहड़े पुराने यार दोस्त होंदे ने ना, जिहड़े जुंडली दे यार होंदे ने, उन्होंने आख्या ये किवें चंगे पासे लग गया, क्योंकि जैसी संगत तैसी रंगत। हुण आपां सरबत संगतां जिन्नियां गुरु घर दे विच रोजाना हाजरियां भरन वाले हो, ਜਿਹੜਾ एक दो दिन ना आवे ਆਪਾਂ ਪੁੱਛ ही ਲੈਂਦੇ ਆ ना, भाई तू इन्ने दिन गैर हाजिर क्यों रहा, कित्थे सी, कित्थे तू फस गया सी जिम्मेवारियां च, तू गुरु घरे आया नहीं। आपां भी पुछदे आ ना। इवें नशेड़ी बंदे भी एक दूजे नूं पुछदे, कहण लगे अपना तो साथी निखड़ गया, सुनिया गुरु घर दे विच जाण लग पिया, वो तो अपनी महफल दे विचों पराया हो गया, उहदे घरे चलीए। आए यार दोस्त आके कहण लगे, ओए तू भर जवानी दे विच ही साधु संत बन के बह गया है, आह तो खाण पीण दी उम्र है, ये खाण पीण दी उम्र है, चल चलीए महफल दे विच, तेरे तो बिना तो साडा नहीं जी लगदा। इउं ही कहंदे ने, साडा नहीं जी लगदा तेरे बिना। इउं कह कहा के नहीं ना नुक्कर करदियां वो भी तुर पिया ते नशा करके फिर आ गया। नशा करके आया तो पहला की तरह फिर उस तरह कोठे ते चढ़ गया, उवें सिख संगतां नूं माड़ा बोलन लग पिया, सारा कुछ उस तरह फिर करन लग पिया। सिख संगतां ने आके फिर बेनती की, सच्चे पातशाह जिस मनुख नूं तुसां ने ठीक कीता सी, उहदी बीमारी दूर कीती सी, नाल उपदेश दिता सी कि अज तो बाद पुरखा तू नशा नहीं करना, गुरु नानक दियां सिख संगतां नूं माड़ा नहीं बोलना। महाराज हुण फिर उही उहदा काम है, फिर उस तरह नशा करन लग पिया, उस तरह संगतां नूं गाली गलोच करदा। महाराज उहनूं समत बख्शो। सतगुरु जी कहंदे उहनूं असीं किहा सी, जे तू नशा कीता तो फिर उही बीमारी तेरी आ जानी है, जे वो साडे उपदेश नूं भुल गया तो समझो फिर वो भी हुण बीमारी आई है। फिर उस तरह रोजाना की तरह गालां कढ़ रहा सी, कोठे ते खड़ा। बीमारी ने फिर दौरा किया, मिर्गी पई, कोठे तो डिग्या थले ते सवास जिहड़े सी वो पंखेरू हो गया, मर गया। लोक दे अंदर भी ऐसे लोग बदनामी खड़दे ने ते परमात्मा की दरगाह जिहड़े गुरु घर दे विचों फटकारे गए, उन्होंने परमात्मा विच दरगाह विच ढोई कित्थों मिलनी है, उन्होंने ढोई कित्थे मिलनी है। इस करके धन गुरु अमरदास सच्चे पातशाह बख्शिश करके सानू समझाउंदे ने, जित पीता खसम विसरै, परमात्मा की बंदगी भुल गई, अपने पराए की पछाण न रह गई। तो सतगुरु जी कहते दरगाह मिले सजाए, परमात्मा की दरगाह विच भी उन्होंने सजावां मिलदियां ने। इस करके सतगुरु जी समझाउंदे ने, झूठा मद मूल न पीचई, जे का भार वसाय। सतगुरु जी बख्शिश करते हैं, झूठा मद, मद का अर्थ हुंदा शराब, नशा। सतगुरु जी कहते भाई ये झूठा नशा ना पीवो, जिहड़ा कुछ घंटिया बाद उतर जाना है तो फिर पछतावा लगना, जिहड़े जिहड़े माड़े काम किए उन्हों का पछतावा भी लगना। हो सकता कोई इहो जिहा ही कर्म हो जाए जिहदे करके तू दुनिया नूं मूँह विखाउण जोगा ही ना रह जावे। इस करके सतगुरु जी कहते झूठा मद, ये माड़ा नशा, झूठा नशा जिहड़ा मूल ना पीचई, जे का पार वसाए। सतगुरु जी कहते इन्हें कुत्ते नूं पार थोड़ा लाउणा है, ये कीतियां तू पार थोड़ी हो जाना है, तो कुछ घंटिया बाद उतर जाता है। इस करके सतगुरु जी किरपा पै करते ने कि नशा केड़ा करना है, नाम दा। नानक नदरी सच मद पाई है, सतगुरु मिले जिस आए। धन गुरु अमरदास पातशाह जी बख्शिश करते ने, नानक
नदरी सच पाईए। गुरु के चरणों नाल जुड़िए, गुरु की मेहर भरी नज़र हो जाएगी ना, सच मद पाईए, सच्चा नशा मिल जाएगा। मद दा अर्थ हुंदा नशा। सच्चा नशा किहड़ा है? नाम का नशा, नाम की दात मिल जाएगी। मिलना किनू है? सतगुर मिले जिस आए, जिसनों पूरा सतगुरु मिल पिया, सतगुर जी कहते फिर उन्होंने सच्चा नशा नाम का मिल जाता है। जिथों अज की विचार शुरू हुई सी भी नाम का नशा करने वाला अमृत वेले भी उठेगा, रात को भी सौन लग्या भी सिमरन भजन बंदगी करेगा, नितनेम बन जाता ना। भावें बीमार होवे, दुखी होवे, सुखी होवे, जिहदा नाम दे विच चित जुड़ गया, नशा बन गया जिहदा नाम, वो तो जपेगा ही जपेगा, जो मर्जी हो ही जाए। ते नशे दे धुत, नशे विच धुत होया मनुख किते दुनिया दे अंदर तुसीं वेखो, जिन्ना चिर उहनूं नशा हुंदा है ना, शरीर का कोई अंग भी कट्टिया जावे ना, उन्ना चिर उहनूं पता नहीं लगता कि मैनूं सੱਟ लग गई है, मेरा कोई अंग नुकसानिया गया है। उवें ही नशे दे विच उवें ही तुरिया फिरेगा, उहनूं उन्नी समझ नहीं लगती। जदों नशा उतर जाता है फिर चीकन मारदा भी मेरा आ नुकसान हो गया नशे दे विच। इस तरह नाम का नशा जिहड़े करते ने उन्हां दा तां कदे उतरदा ही नहीं। वो तो भावें बंद बंद कटवारे होण, भावें चरखड़ियां ते चढ़े होण, वो भावें रूह दे विच लपेट के साड़े होण, भावें खोपरियां उतारियां गईयां होण, उन्हां दा नशा नहीं उतरदा। वो नशा सदीवी है, वो परमात्मा की बख्शिश वाला नशा है, नाम का नशा है, वो नहीं उतरदा। इस करके सतगुर जी कहते भाई नानक नदरी सच मद पाई है। सच्चा नशा जो मिल जाता है फिर सतगुर मिले जैसे आए, जिन्हों के सामने ही सतगुरु बैठा होवे वो आरे नाल तन क्यों ना चरवान, जिन्होंने नाम का नशा पियाउण वाला सामने ही बैठा होवे। धन गुरु तेग बहादुर महाराज सच्चे पातशाह ते आरे नाल कौन चीरिया जा रहा? भाई मती दास, भाई दयाला जी नूं पानी दे विच उबालिया गया, फिर भी हाय नहीं निकली मूँह। क्यों? क्योंकि नाम का नशा किया होया है। रूह दे विच बन के साड़िया गया। एक हथ ते माड़ी जी चुआती लग जाए ना, थोड़ा जिहा किते शरीर दे उत्ते कोई अग का निशान लग जाए, चुआती लग जाए, कई दिन आराम नहीं आउंदा, कई दिन हाय हाय हुंदी रहिंदी है। पर वेखो रूह दे विच लपेट के साड़िया गया भाई सती दास जी नूं, सचमुच सती हो गया। पर नाम का नशे दे विच ताकत ही इन्नी है, दुनिया का कोई नशा नाम के नशे के बराबर नहीं है। इस करके धन गुरु अमरदास सच्चे पातशाह बख्शिश करते हैं, नानक नदरी सच मद पाई है। सतगुर मिले जिस आए, जिसनों नाम मिल गया पूरे गुरु के कोलों, वो नदरी नदर निहाल हो जाता है। सदा साहिब कै रंग रहे मैली पावे थाओ। सतगुर जी कहते हैं सदा साहिब के रंग रवे। रंग का अर्थ की है? मस्त हो जाता है वो नाम के नशे दे विच। सदा साहिब कै मालक दे वाहिगुरु जी के नशे च, नाम के नशे विच मस्त हो गया। मैली पाए थाओ, दुनिया दे विच भी आनंदमयी जीवन जिउंदा है और महली परमात्मा की दरगाह विच उहनूं थां मिलदा है, उहदी इज्जत हुंदी है। उहनूं दरगाह दे विच परमात्मा की दरगाह विच जाके भी मान सन्मान प्राप्त करदा है। इस करके ये हुण साडे हत्थ वस विच है कि असीं नाम का नशा पीना कि दुनियावी पीना है। लाभ दस दिते सतगुरां ने भी किस चीज़ का नुकसान किन्ना है, किस चीज़ का लाभ किन्ना है। सतगुरां ने इस करके सानू समझाया कि नाम का नशा करन दे नाल लोक और परलोक दे सुख मिलदे ने, और दुनियावी झूठा नशा करन दे नाल लोक दे अंदर भी दुखदाई मनुख जीवन बतीत करदा है और परलोक दे अंदर भी वो मालक दे कोलों धक्के खांदा है। बेइज्जत परमात्मा की दरगाह विच भी हुंदा है। हुण नशा करन वाले दा तां आपां नूं पता घर विच भी उहदी इज्जत नहीं हुंदी, बाहर दे लोग भी उहदे कोलों कन्नी कतराउंदे ने भी फलाना बंदा तुरिया आउंदा, इहदे तो पासा ही कर जाइए। इस तरह जे नाम दे नशे विच मनुख कोई आउंदा गुरसिख दिस पवे नाम जपण वाला, ते उहदे तो आपां अग्गों दी हो के उहदा सत्कार करीदा, इज्जत करीदी है।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਲੋਕ ਔਰ ਪਰਲੋਕ ਦੇ ਅੰਦਰ ਤੁਸੀਂ ਆਨੰਦਮਈ ਰਹਿਣਾ ਚਾਹੁੰਦੇ ਹੋ, ਸੁੱਖ ਲੈਣਾ ਚਾਹੁੰਦੇ ਹੋ, ਤੇ ਨਾਮ ਦਾ ਨਸ਼ਾ ਕਰੀਏ, ਨਾਮ ਦੇ ਨਸ਼ੇ ਵਿੱਚ ਜੁੜ ਕੇ, ਕਿਉਂਕਿ ਇਹ ਜੀਵਨ ਮਨੁੱਖਾ ਜਨਮ ਵਾਰ-ਵਾਰ ਥੋੜ੍ਹੀ ਮਿਲਣਾ ਹੈ, ਕਿਉਂ ਆਪਣੇ ਹੱਥੀਂ ਗਵਾਉਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਨਾਮ ਜਪਣ ਵਾਲੇ ਮਨੁੱਖ, ਨਾਮ ਦਾ ਨਸ਼ਾ ਕਰਨ ਵਾਲੇ ਮਨੁੱਖ ਸਦਾ ਸਾਹਿਬ ਕੈ ਰੰਗ ਰਹਿ, ਸਦਾ ਹੀ ਪ੍ਰਮਾਤਮਾ ਦੇ ਨਾਮ ਵਿੱਚ ਉਹ ਮਸਤ ਰਹਿੰਦੇ ਨੇ। ਮਹਿਲੀ ਪਾਵੇ ਥਾਂ, ਪ੍ਰਮਾਤਮਾ ਦੀ ਦਰਗਾਹ ਵਿੱਚ ਪਾ ਜਾ ਕੇ ਵੀ ਉਹਨਾਂ ਨੂੰ ਥਾਂ ਮਿਲਦੀ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ, ਉਹਨਾਂ ਦਾ ਸਤਿਕਾਰ ਹੁੰਦਾ ਹੈ ਪ੍ਰਮਾਤਮਾ ਦੀ ਦਰਗਾਹ ਵਿੱਚ ਵੀ ਜਾ ਕੇ। ਇਉਂ ਸਤਿਗੁਰਾਂ ਨੇ ਕਿਰਪਾ ਕੀਤੀ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਆਪਾਂ ਜੁੜਨਾ ਕੀਤਾ ਜੀ। ਬੇਅੰਤ ਹੋਈਆਂ ਭੁੱਲਾਂ ਸਤਿਗੁਰੂ ਬਖਸ਼ ਲੈਣਗੇ, ਸਮੱਤ ਬਖਸ਼ਣ। ਇਸੇ ਤਰ੍ਹਾਂ ਗੁਰਬਾਣੀ ਨਾਲ ਜੁੜ ਕੇ ਗੁਰੂ ਦਾ ਉਪਦੇਸ਼ ਲੈ ਕੇ ਆਪਣਾ ਜੀਵਨ ਜਿਹੜਾ ਉਹਨੂੰ ਸ਼ੁੱਧ ਬਣਾਈਏ। ਫਤਿਹ ਬੁਲਾਈਏ ਜੀ।